ਆਪਾਂ ਚੱਲੀਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਫੈਡਰਲ ਰਿਜ਼ਰਵ ਦੇ ਬੋਰਡ ਦੇ ਜਿਹੜੇ ਚੇਅਰਮੈਨ ਆ ਪਾਵਲ ਉਹਨਾਂ ਦੇ ਵਿੱਚ ਹੁਣ ਕਾਫੀ ਖੜਕ ਗਈ ਹੈਗੀ ਆ। ਖੜਕ ਤਾਂ ਕਾਫੀ ਲੰਮੇ ਸਮੇਂ ਤੋਂ ਰਹੀ ਸੀ ਕਿਉਂਕਿ ਟਰੰਪ ਹੁਣੀ ਵਾਰ-ਵਾਰ ਉਹਨੂੰ ਕਹਿ ਰਹੇ ਸੀ ਵੀ ਭਾਈ ਹੁਣ ਜਿਹੜਾ ਇੰਟਰਸਟ ਰੇਟ ਆ ਉਹਨੂੰ ਘਟਾਓ ਤਾਂ ਕਿ ਜਿਹੜੀ ਇਕਨੋਮੀ ਆ ਉਹ ਪਿਕ ਹੋਵੇ। ਹੁਣ ਡਿਪਾਰਟਮੈਂਟ ਆਫ ਜਸਟਿਸ ਜੋ ਟਰੰਪ ਉਹਨਾਂ ਦੀ ਆ, ਉਹਨਾਂ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਦੇ ਅਗੇਂਸਟ। ਇਹ ਇੱਕ ਪਾਵਲ ਨੇ ਵੀਡੀਓ ਰਿਲੀਜ਼ ਕੀਤੀ ਆ ਐਤਵਾਰ ਨੂੰ, ਉਹਦੇ ਵਿੱਚ ਦੱਸਿਆ ਗਿਆ ਆ ਜਿਹੜੀ ਇਨਵੈਸਟੀਗੇਸ਼ਨ ਆ ਉਹ ਪਾਵਲ ਹੁਣਾਂ ਦੀ ਟੈਸਟੀਮੋਨੀ ਜੋ ਲਾਸਟ ਜੂਨ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਮਲਟੀ ਈਅਰ ਰੈਨੋਵੇਸ਼ਨ ਇੱਕ ਫੈਡਰਲ ਰਿਜ਼ਰਵ ਬੋਰਡ ਬਿਲਡਿੰਗਸ ਦੀ ਹੋਈ ਹੈਗੀ ਆ, ਉਹਨੂੰ ਲੈ ਕੇ ਹੈਗੇ ਵੀ ਬਹੁਤ ਵੱਡਾ ਅਮਾਉਂਟ ਜਿਹੜਾ ਆ ਉਹ ਇਹਨਾਂ ਬਿਲਡਿੰਗਸ ਦੀ ਰੀਮਾਡਲਿੰਗ ਦੇ ਉੱਤੇ ਜਿਹੜਾ ਪਾਵਲ ਦੇ ਅੰਡਰ ਖਰਚਿਆ ਗਿਆ ਹੈਗਾ ਆ। ਪਾਵਲ ਹੋਣਾ ਨੇ ਇਹ ਕਿਹਾ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹ ਟਰੰਪ ਹੋਣਾ ਦਾ ਇੱਕ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਹੈਗਾ ਆ ਤਾਂ ਕਿ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਇੰਟਰਸਟ ਰੇਟ ਨੂੰ ਘਟਾ ਦੇਵੇ। ਤੇ ਕਹਿੰਦੇ ਵੀ ਦਿਸ ਇਜ਼ ਅਬਾਊਟ ਵੈਦਰ ਦ ਫੈਡ ਵਿਲ ਬੀ ਏਬਲ ਟੂ ਕੰਟੀਨਿਊ ਟੂ ਸੈਟ ਇੰਟਰਸਟ ਰੇਟ ਬੇਸਡ ਔਨ ਐਵੀਡੈਂਸ ਐਂਡ ਇਕਨੋਮਿਕ ਕੰਡੀਸ਼ਨਸ। ਇਹ ਪਾਵਲ ਹੋਣਾ ਨੇ ਇਹ ਕਿਹਾ ਹੈਗਾ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੰਸਟਰਕਟ ਕੀਤਾ ਹੈਗਾ ਯੂਐਸ ਅਟਾਰਨੀਜ਼ ਨੂੰ ਇਸ ਇਨਵੈਸਟੀਗੇਸ਼ਨ ਨੂੰ ਪ੍ਰਾਇਓਰਟਾਈਜ਼ ਕੀਤਾ ਜਾਵੇ ਵੀ ਕਿਸੇ ਤਰ੍ਹਾਂ ਦੇ ਨਾਲ ਟੈਕਸ ਪੇਅਰ ਦਾ ਜਿਹੜਾ ਡਾਲਰਸ ਆ ਉਹ ਅਬਿਊਜ਼ ਤਾਂ ਨਹੀਂ ਕੀਤਾ ਗਿਆ। ਟਿਮ ਲੌਰਲ ਸਪੋਕਸਮੈਨ ਆ ਡੀਸੀ ਯੂਐਸ ਅਟਾਰਨੀ ਜਨੀਨ ਪੈਰੋ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕਰਦੇ ਹੈਗੇ। ਟਰੰਪ ਉਹਨਾਂ ਨੇ ਡਿਨਾਈ ਕੀਤਾ ਹੈ ਵੀ ਕਿਸੇ ਤਰ੍ਹਾਂ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਮੈਂ ਕਿਸੇ ਤਰ੍ਹਾਂ ਇਨਵੋਲਵ ਆ ਤੇ ਕਹਿੰਦੇ ਵੀ ਮੈਨੂੰ ਕੋਈ ਨਹੀਂ ਇਹਦੇ ਬਾਰੇ ਪਤਾ, ਆਈ ਡੋਂਟ ਨੋ ਐਨੀਥਿੰਗ ਅਬਾਊਟ ਇਟ ਬਟ ਹੀ ਇਜ਼ ਸਰਟਨਲੀ ਨਾਟ ਵੈਰੀ ਗੁੱਡ ਐਟ ਫੈਡ ਐਂਡ ਹੀ ਇਜ਼ ਨਾਟ ਵੈਰੀ ਗੁੱਡ ਐਟ ਬਿਲਡਿੰਗ ਬਿਲਡਿੰਗਸ। ਸੋ ਇਹ ਉਹਨਾਂ ਨੇ ਕਿਹਾ ਹੈਗਾ। ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਫੈਡਰਲ ਰਿਜ਼ਰਵ ਬੋਰਡ ਜੋ ਆ ਉਹ ਕਿਉਂ ਨਹੀਂ ਜਿਹੜਾ ਇੰਟਰਸਟ ਰੇਟ ਘਟਾ ਰਿਹਾ ਹੈਗਾ ਕਿਉਂਕਿ ਬਹੁਤ ਸਾਰੇ ਲੋਕ ਇਸ ਟਾਈਮ ਹਰਟ ਹੋ ਰਹੇ ਹੈਗੇ ਆ ਤੇ ਕਹਿੰਦੇ ਵੀ ਪਬਲਿਕ ਦਾ ਪ੍ਰੈਸ਼ਰ ਹੈਗਾ ਆ ਵੀ ਇੰਟਰਸਟ ਰੇਟ ਘਟਾਇਆ ਜਾਵੇ। ਜੁਲਾਈ ਮਹੀਨੇ ਦੇ ਵਿੱਚ ਟਰੰਪ ਹੁਣੀ ਫੈਡਰਲ ਰਿਜ਼ਰਵ ਬੋਰਡ ਦੀ ਬਿਲਡਿੰਗ ਦੇ ਉੱਤੇ ਵਿਜ਼ਿਟ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਬਾਰ-ਬਾਰ ਪਾਵਲ ਨੂੰ ਕਿਹਾ ਸੀ ਵੀ ਭਈ ਇੰਟਰਸਟ ਰੇਟ ਘਟਾਇਆ ਜਾਵੇ। ਸੋ ਉਹਨਾਂ ਨੇ ਜਿੱਦਾਂ ਆਪਣੀ ਵਾਈਟ ਹੈਟ ਵੀ ਪਾਈ ਹੋਈ ਸੀ, ਪਾਵਲ ਨੇ ਵੀ ਵਾਈਟ ਹੈਟ ਪਾਈ ਹੋਈ ਸੀ। 2.5 ਬਿਲੀਅਨ ਡਾਲਰ ਦੀਆਂ ਜਿਹੜੀ ਰੈਨੋਵੇਸ਼ਨਸ ਆ ਫੈਡਰਲ ਰਿਜ਼ਰਵ ਬੋਰਡ ਦੀਆਂ ਬਿਲਡਿੰਗਸ ਆ ਉਹਨਾਂ ਦੀ ਹੋਈ ਹੈਗੀ ਆ। ਸੋ ਟਰੰਪ ਉਹਨਾਂ ਨੇ ਵਾਰ-ਵਾਰ ਕਿਹਾ ਵੀ ਇਹ ਤਾਂ ਟੂ ਮਚ ਮਨੀ ਆ ਇਸ ਰੈਨੋਵੇਸ਼ਨ ਦੇ ਉੱਤੇ ਜੋ ਟੈਕਸ ਪੇਅਰ ਦਾ ਮਨੀ ਆ ਉਹ ਯੂਜ਼ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਟਰੰਪ ਹੁਣੀ ਆਪਣੇ ਜਿਹੜੇ ਜਿਹੜੇ ਸਟੂਜੀਜ਼ ਆ ਹੁਣ ਉਹਨਾਂ ਨੂੰ ਵਰਤ ਰਹੇ ਆ ਵੀ ਹਰ ਇੱਕ ਨੂੰ ਜਿਹੜਾ ਦਬਾਅ ਅਧੀਨ ਲਿਆਂਦਾ ਜਿਹੜਾ ਉਹ ਜਾਵੇ। ਕੁਝ ਮਹੀਨਿਆਂ ਦੇ ਵਿੱਚ ਜਰੋਮ ਪਾਵਲ ਦੀ ਓਵਰਆਲ ਜਿਹੜੀ ਟੈਨਿਓਰ ਆ ਉਹ ਖਤਮ ਹੋਣ ਜਾ ਰਹੀ ਆ। ਇਹਨਾਂ ਨੂੰ ਮੌਕਾ ਮਿਲ ਜਾਣਾ ਆ ਨਵਾਂ ਆਪਣਾ ਫੈਡ ਦਾ ਜਿਹੜਾ ਚੇਅਰ ਆ ਉਹ ਲਾਉਣ ਦੇ ਲਈ। ਪਰ ਇਸ ਨੂੰ ਜਿਹੜਾ ਉਹ ਲਾ ਕੇ ਹੁਣੇ ਹੀ ਇਹ ਇਨਵੈਸਟੀਗੇਸ਼ਨ ਦਾ ਜਿਹੜਾ ਸਹਾਰਾ ਲੈ ਕੇ ਸੇਮ ਥਿੰਗ ਹੀ ਆ ਜਿੱਦਾਂ FBI ਦੇ ਸਾਬਕਾ ਚੀਫ ਦੇ ਖਿਲਾਫ ਕੀਤੀ ਸੀ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਉਹਦੇ ਉਲਟ ਇਹਨਾਂ ਨੇ ਕੀਤੀ ਸੀ, ਜਿਸ ਨੂੰ ਬਾਅਦ ਦੇ ਵਿੱਚ ਅਦਾਲਤ ਨੇ ਖਾਰਜ ਕਰ ਦਿੱਤੀਆਂ ਸੀਗੀਆਂ ਜਿਹੜੀਆਂ ਇੰਡਾਈਟਮੈਂਟਸ ਆ ਉਹਨਾਂ ਨੂੰ ਬਾਹਰ ਸਿੱਟ ਦਿੱਤਾ ਸੀਗਾ ਅਦਾਲਤ ਦੇ ਦੁਆਰਾ। ਤੇ ਹੁਣ ਜਿਹੜੇ ਜਰੋਮ ਪਾਵਲ ਦੇ ਉਲਟ ਜਿਹੜਾ ਉਹ ਆਇਆ, ਖੁਦ ਟਰੰਪ ਹੁਣਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਜਰੋਮ ਪਾਵਲ ਨੂੰ ਫੈਡ ਦਾ ਜਿਹੜਾ ਚੇਅਰ ਆ ਉਹ ਲਗਾਇਆ ਸੀਗਾ। ਹੁਣ ਇਹ ਹੁਣ ਕਿਹਾ ਜਾ ਰਿਹਾ ਵੀ ਜਿਹੜੇ ਕਈ ਰਿਪਬਲਿਕਨਸ ਆ ਉਹ ਵੀ ਕਹਿ ਰਹੇ, ਕਹਿੰਦੇ ਵੀ ਜਿੰਨੀ ਦੇਰ ਤੱਕ ਹੁਣ ਇਹ ਕੇਸ ਦਾ ਫੈਸਲਾ ਨਹੀਂ ਆਉਂਦਾ, ਜੇ ਹੁਣ ਕੋਈ ਵੀ ਇਹ ਨੋਮੀਨੇਸ਼ਨ ਨਵੇਂ ਚੇਅਰ ਦੀ ਲੈ ਕੇ ਆਉਂਗੇ ਅਸੀਂ ਉਨੀ ਦੇਰ ਤੱਕ ਉਹਦਾ ਸਾਥ ਨਹੀਂ ਦੇਣਾ, ਉਸ ਨੂੰ ਅਪਰੂਵ ਜਿਹੜਾ ਉਹ ਨਹੀਂ ਕਰਨਾ। ਕਿਤੇ ਟਰੰਪ ਹੁਣਾਂ ਨੇ ਆਹ ਚੀਜ਼ ਜਿਹੜਾ ਇਸ ਨੂੰ ਤਰੀਕੇ ਦੇ ਨਾਲ ਪਰੇ ਕਰਕੇ ਵੈਸੇ ਵੀ ਜਾਣਿਆ ਜਾਂਦਾ ਵੀ ਟਰੰਪ ਹੁਣਾਂ ਦਾ ਇੱਕ ਹੀ ਕੰਮ, ਜਿਹੜੀ ਗੱਲ ਜਦੋਂ ਨਾ ਬਣੇ ਤਾਂ ਅਦਾਲਤ ਦਾ ਸਹਾਰਾ ਲਓ ਤੇ ਲਾਸੂਟ ਜਿਹੜਾ ਉਹ ਕਰੋ। ਬੀਤੇ ਦਿਨਾਂ ਦੇ ਵਿੱਚ ਟਕਰ ਕਾਲਸਨ ਜਿਹੜਾ ਇੱਕ ਟਾਈਮ ਦੇ ਉੱਤੇ ਸਟੌਂਚ ਇਸ ਦਾ ਸਮਰਥਕ ਰਿਹਾ ਸੀ, ਉਹ ਕਹਿ ਰਿਹਾ ਸੀਗਾ ਵੀ ਜੋ ਇਸ ਟਾਈਮ ਅਮਰੀਕਾ ਦੇ ਵਿੱਚ ਜੋ ਟਰੰਪ ਪ੍ਰਸ਼ਾਸਨ ਕਰ ਰਿਹਾ ਆ ਇਹ ਡੈਮੋਕ੍ਰੇਸੀ ਦਾ ਖਾਤਮਾ ਤੇ ਐਮਪਾਇਰਸ਼ਿਪ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਕੀ ਆਪਾਂ ਇੱਕ ਕਿੰਗਡਮ ਦੇ ਦੌਰ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ? ਇਹ ਜਿਹੜੇ ਸਵਾਲ ਆ ਟੱਕਰ ਕਾਲਸਨ ਨੇ ਇੱਕ ਹਿਸਾਬ ਦੇ ਨਾਲ ਇਹਨਾਂ ਸਾਰੇ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਜਿਹੜਾ ਉਹ ਦੇਖਿਆ ਆ। ਇਸ ਵਿੱਚ ਕੋਈ ਲੁਕੀ ਛਿਪੀ ਗੱਲ ਹੈ ਹੁਣ ਤੱਕ ਨਹੀਂ ਹੈਗੀ ਵੀ ਟਰੰਪ ਹੁਣਾਂ ਨੇ ਹੁਣ ਤੱਕ
ਜਿਹੜਾ ਵੀ ਕੋਈ ਉਹਨਾਂ ਦਾ ਸਿਆਸੀ ਵਿਰੋਧੀ ਜਾਂ ਉਹਨਾਂ ਦੀਆਂ ਪਾਲਿਸੀਜ਼ ਦਾ ਕੋਈ ਵੀ ਵਿਰੋਧ ਕਰਨ ਵਾਲਾ ਆ, ਉਹਦੇ ਖਿਲਾਫ ਉਹਨਾਂ ਨੇ ਹਰ ਤਰੀਕੇ ਦਾ ਹੱਥਕੰਡਾ ਜਿਹੜਾ ਉਹ ਅਪਣਾਇਆ ਆ। ਜਿਹੜਾ ਸਿਸਟਮ ਆ ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕਰ ਰਹੇ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਅੱਗੇ ਅਦਾਲਤਾਂ ਦੇ ਵਿੱਚ ਇਸ ਮਾਮਲੇ ਦਾ ਹੁਣ ਕੀ ਜਿਹੜਾ ਅਸਰ ਆ ਜਿਹੜਾ ਹਰਜੋਤ ਸਿੰਘ ਜੀ ਰਹਿੰਦਾ ਆ। ਉਦਾਂ ਵੈਸੇ ਬਿਲੀਅਨਸ ਆਫ ਡਾਲਰ ਦੀ ਰੈਨੋਵੇਸ਼ਨ ਇਹ ਵੀ ਕੋਈ ਛੋਟਾ ਅਮਾਊਂਟ ਤਾਂ ਨਹੀਂ ਹੈਗਾ, ਪਰ ਇਹ ਸਾਰੇ ਦਾ ਸਾਰਾ ਜਿਹੜਾ ਭਾਰ ਆ ਇਸ ਦੇ ਅਧੀਨ ਜਿਹੜਾ ਲਾਇਆ ਜਾ ਰਿਹਾ ਆ ਵੀ ਪਾਵਲ ਹੋਣਾ ਦੇ ਦੁਆਰਾ ਹੀ ਇਸ ਨੂੰ ਕੀਤਾ ਜਿਹੜਾ ਜਾ ਰਿਹਾ। ਜਿੱਦਾਂ ਮਲਟੀਪਲ ਹੋਮਸ ਦੀ ਪ੍ਰਾਇਮਰੀ ਰੈਜ਼ੀਡੈਂਸ ਕਿਹੜਾ ਆ ਤੇ ਸੈਕੰਡਰੀ ਰੈਜ਼ੀਡੈਂਸ ਕਿਹੜਾ ਆ, ਉਹਦੇ ਆਧਾਰ ਦੇ ਉੱਤੇ ਜਿਹੜੇ ਕੇਸ ਆ ਕਿੰਨੀਆਂ ਹੋਰ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਮੇਨ ਬੰਦਿਆਂ ਦੇ ਉਲਟ ਇਹਨਾਂ ਦੇ ਦੁਆਰਾ ਜਿਹੜੇ ਉਹ ਲਿਆਂਦੇ ਗਏ ਆ, ਚਾਰजेस ਜਿਹੜੇ ਉਹ ਲਿਆਂਦੇ ਗਏ ਆ। ਸੋ ਦੇਖਦੇ ਆ ਵੀ ਇਸ ਦੇ ਵਿੱਚ ਹੁਣ ਅੱਗੇ ਕੀ ਬਣਦਾ ਹੈਗਾ।